ਕਈਆਂ ਨੇ ਕਿਹਾ ਹੈ ਕਿ ਯਾਰ ਤੂੰ ਰਾਗੀ ਸਿੰਘ ਹੋ ਕੇ ਇਹ ਕੰਮ ਕਰ ਰਿਹਾ ਹੈ। ਮੈਂ ਕਿਹਾ ਯਾਰ ਮੈਂ ਕੋਈ ਗਲਤ ਕੰਮ ਕਰ ਰਿਹਾ, ਮੈਂ ਕਿਹੜਾ ਕੋਈ ਜੂਆ ਵੇਚ ਰਿਹਾ ਜਾਂ ਮੈਂ ਨਸ਼ੇ ਕਰ ਰਿਹਾ ਜਾਂ ਮੈਂ ਕੋਈ ਸਮੈਕ ਵੇਚ ਰਿਹਾ। ਮੈਂ ਕਿਹਾ ਯਾਰ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ। ਹੁਣ ਜਿਹੜੇ ਬੰਦੇ ਇੱਥੇ ਰਹਿ ਕੇ ਕੰਮ ਨਹੀਂ ਕਰ ਸਕਦੇ, ਬਾਹਰ ਜਾਂਦੇ ਆ, ਬਾਹਰ ਤੁਹਾਨੂੰ ਪਤਾ ਕੀ ਕਰਦੇ, ਸਾਰਾ ਕੁਝ ਕਰਦੇ ਹੈ ਨਾ ਜੀ। ਉਹ ਆਪਾਂ ਇੱਥੇ ਆਪਣੇ ਪੰਜਾਬ 'ਚ ਰਹਿ ਕੇ ਕਿਉਂ ਨਹੀਂ ਮਿਹਨਤ ਕਰ ਸਕਦੇ। 3 ਸਾਲ ਹੋ ਗਏ ਇੱਥੇ 4 ਫੇਸ ਮਾਰਕੀਟ ਲਾਉਂਦੇ ਨਹੀਂ ਭਲਾ। ਇੱਥੇ ਅਸੀਂ ਹੁਣੇ ਸ਼ੁਰੂ ਕੀਤਾ, 2 ਮਹੀਨੇ ਹੋ ਗਏ ਤੇ ਸਾਡੀ ਸਾਰੀ ਕਮੇਟੀ ਨੂੰ ਪਤਾ ਹੈ, ਸੰਗਤ ਨੂੰ ਵੀ ਪਤਾ ਹੈ ਕਿ ਹਾਂ ਵੀ ਰਾਗੀ ਸਿੰਘ ਨਹੀਂ ਭਲਾ ਲਾਉਂਦਾ। ਉਹ ਕਹਿੰਦੇ ਵੀ ਇਹਨਾਂ ਦੀ ਕਮਾਈ ਆਪਣੀ ਮਿਹਨਤ ਹੈ ਇਹਨਾਂ ਦੀ। ਸਗੋਂ ਕਮੇਟੀ ਵਾਲੇ ਸਾਡੇ ਕੋਲ ਆ ਕੇ ਖਾ ਕੇ ਜਾਂਦੇ ਆ ਜੀ। ਹੁਣ ਸਗੋਂ ਮੇਰੀ ਮਿਸਿਜ ਇੱਥੇ ਖੜੇ ਹੁੰਦੇ ਆ, 2-3 ਘੰਟੇ ਉਹ ਬੈਠੇ ਰਹਿੰਦੇ ਆ। ਆਪਾਂ ਕਦੇ ਨਹੀਂ ਸੋਚਿਆ ਕਿ ਹਾਂ ਵੀ ਆਪਣੀ ਮਿਸਿਜ ਨੂੰ ਬਿਠਾਈਏ ਉੱਥੇ। ਮੈਨੂੰ ਕਈ ਕਹਿੰਦੇ ਯਾਰ ਤੇਰੀ ਵੋਟੀ ਤੇ ਬੈਠੀ ਹੁੰਦੀ ਹੈ। ਮੈਂ ਕਿਹਾ ਫਿਰ ਕੀ ਹੋ ਗਿਆ, ਮੈਂ ਕਿਹਾ ਮਿਹਨਤ ਕਰ ਰਹੀ। ਮੈਂ ਕਿਹਾ ਆਪਣੇ ਕਹਿੰਦੇ ਰਿਸ਼ਤੇਦਾਰ ਕਿ ਹਾਂ ਤੂੰ ਆਪਣੇ ਪਿਓ ਨੂੰ ਇੱਥੇ ਨੌਕਰ ਬਣਾ ਕੇ ਰੱਖਿਆ ਹੋਇਆ ਹੈ, ਇਸ ਤੋਂ ਕੰਮ ਕਰਾਉਣਾ ਹੈ ਨਾ ਜੀ। ਦੇਖੋ ਕੰਮ ਤਾਂ ਕੀ ਕਰਾਉਣਾ, ਸਗੋਂ ਫਾਦਰ ਸਾਹਿਬ ਆਪਣੇ ਆਪ ਆ ਜਾਂਦੇ ਆ। ਮੈਂ ਉਹਨਾਂ ਨੂੰ ਕਹਿੰਦਾ, ਮੈਂ ਕਿਹਾ ਡੈਡੀ ਤੁਸੀਂ ਘਰ ਬਹਿ ਜਾਓ, ਕੋਈ ਨਹੀਂ ਅਸੀਂ ਖੜੇ ਜਾਂਦੇ ਹਾਂ। ਕਹਿੰਦੇ ਨਹੀਂ ਯਾਰ ਮੇਰਾ ਘਰ ਨਹੀਂ ਜੀ ਲੱਗਦਾ, ਮੈਂ ਇੱਥੇ ਖੜ ਜਾਵਾਂਗਾ। ਇੱਕ ਬਜ਼ੁਰਗ ਸਿੱਖ ਬੈਠੇ ਹੋਏ ਨੇ, ਤਕਰੀਬਨ 60 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਔਰ ਮੋਹਾਲੀ ਦੇ ਫੇਜ਼ 5 ਦੇ ਵਿੱਚ ਅੱਜ ਵੀ ਉਹ ਮਿਹਨਤ ਕਰਦੇ ਨੇ, ਮਿਹਨਤ ਕਰਕੇ ਰੋਟੀ ਕਮਾਉਂਦੇ ਨੇ ਔਰ ਦੂਜਿਆਂ ਦੇ ਲਈ ਵੀ ਮਿਸਾਲ ਨੇ। ਸ਼ੌਕ ਸੀ ਸਾਨੂੰ, ਮੈਂ ਇਹ ਕੰਮ ਕਰਾਂਗਾ ਨਹੀਂ ਪੱਲੇ ਦਾ ਘਰ ਬੈਠ ਕੇ ਕੀ ਕਰਾਂ, ਵੇਲੇ ਮੈਂ ਕੋਈ ਕਾਰੋਬਾਰ ਕਰਾਂਗਾ। ਤੇ ਗੁਰੂ ਸਾਹਿਬ ਨੇ ਵੀ ਕਿਹਾ ਆਪਣੀ ਮਿਹਨਤ ਕਰੋ, ਹੈ ਨਾ ਜੀ। ਕਿਰਤ ਕਰਨੀ ਚਾਹੀਦੀ ਹਰ ਇੱਕ ਬੰਦੇ ਨੂੰ। ਤੁਹਾਡੇ ਇੱਕ ਪੁੱਤਰ ਜਿਹੜੇ ਨੇ ਉਹ ਵੀ ਦਹੀਂ ਭੱਲੇ 4 ਫੇਸ ਚਲਾਉਂਦੇ ਆ, ਹਨਾ। ਦੂਸਰੇ ਜਿਹੜੇ ਨੇ ਕੜੀ ਚੌਲ ਲਾਉਂਦੇ ਆ, ਪਰ ਤੁਸੀਂ ਆਪ ਵੀ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ। ਕੀ ਗੱਲ, ਗੁਜ਼ਾਰਾ ਔਖਾ ਹੋ ਰਿਹਾ ਸੀਗਾ? ਇਹਨਾਂ ਨੂੰ ਸ਼ੌਕ ਸੀ ਬੱਚਿਆਂ ਨੂੰ, ਇਹਨਾਂ ਨੇ ਫੋਨ ਵੀ ਦੇਖਿਆ, ਫੋਨ ਬਣਾਏ ਇਹਨਾਂ ਤੇ ਹੀ ਪੱਲੇ। 3 ਮਹੀਨੇ ਬਣਾਉਂਦੇ ਰਹੇ, ਇਹਨਾਂ ਨੇ ਕੰਮ ਕੀਤਾ ਜੀ। ਫਿਰ ਇੱਕ ਕੰਮ ਸ਼ੁਰੂ ਕੀਤਾ ਇਹਨਾਂ ਨੇ। 12 ਵਜੇ ਅਸੀਂ ਆ ਜਾਂਦੇ ਇੱਥੇ, 12 ਤੋਂ 5 ਵਜੇ ਤੱਕ। ਤੇ ਉਸ ਤੋਂ ਬਾਅਦ 4 ਫੇਸ ਵੀ 6 ਵਜੇ ਤੋਂ 9-10 ਵਜੇ ਤੱਕ। ਫਿਰ ਉੱਥੇ ਵੀ ਤੁਸੀਂ ਰੁਕਦੇ ਹੋ? ਦੇਖੋ ਜੀ, ਗੁਰੂ ਸਾਹਿਬ ਦਾ ਵੀ ਹੁਕਮ ਹੈ ਕਿ ਬੰਦਾ ਆਪਣੀ ਕਿਰਤ ਕਰੇ ਨਾ। ਕਿਰਤ ਕਰਕੇ ਬੰਦੇ ਨੂੰ ਖਾਣਾ ਚਾਹੀਦਾ। ਹੁਣ ਦੇਖੋ ਜੀ, ਸੰਗ ਤਾਂ ਕੋਈ ਹੈ ਨਹੀਂ ਜੀ, ਹੈ ਨਾ ਜੀ। ਆਪਣੀ ਆਪਾਂ ਮਿਹਨਤ ਕਰੀਏ ਆਪਾਂ, ਤਾਂ ਕਰਕੇ ਮੈਂ ਸੋਚਿਆ, ਮੈਂ ਕਿਹਾ ਚਲੋ ਆਪਣਾ ਕੰਮ ਵੀ ਕੋਈ ਹੋਣਾ ਚਾਹੀਦਾ ਹੈ। ਹੁਣ ਇਹ ਆ ਕਿ ਜਿਹੜੇ ਵੀ ਖਾਣ ਆਉਂਦੇ ਗਾਹਕ ਬਹੁਤ ਪਸੰਦ ਕਰਦੇ ਕਿ ਹਾਂ ਵੀ ਭਾਜੀ ਤੁਹਾਡਾ ਬਾਸ ਬਹੁਤ ਸਾਫ ਸੁਥਰਾ ਕੰਮ ਹੈ ਤੁਹਾਡਾ। ਨਾਲੇ ਤੁਹਾਨੂੰ ਪਤਾ ਜੀ ਗੁਰਸਿੱਖ ਬੰਦੇ ਨੂੰ ਦੇਖ ਕੇ ਲੋਕੀ ਆਉਂਦੇ ਆ। ਨਾਲੇ ਸਾਡੀ ਇਹ ਗੱਲ ਹੈ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ, ਕਮੇਟੀ ਹੈ, ਉਹ ਸਾਡਾ ਬਹੁਤ ਸਹਿਯੋਗ ਦਿੰਦੀ ਹੈ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਸਿਦਕ ਤੇ ਸਬਰ ਦੇ ਪੱਕੇ ਲੋਕ ਮਾਲਕ ਤੇ ਡੋਰਾਂ ਛੱਡ ਕੇ ਪੂਰੀ ਜ਼ਿੰਦਗੀ ਮਿਹਨਤ ਕਰਦੇ ਰਹਿੰਦੇ ਨੇ। ਮੇਰੇ ਨਾਲ ਫਰੇਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇੱਕ ਬਜ਼ੁਰਗ ਸਿੱਖ ਬੈਠੇ ਹੋਏ ਨੇ, ਤਕਰੀਬਨ 60 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਔਰ ਮੋਹਾਲੀ ਦੇ ਫੇਜ਼ 5 ਦੇ ਵਿੱਚ ਅੱਜ ਵੀ ਉਹ ਮਿਹਨਤ ਕਰਦੇ ਨੇ, ਮਿਹਨਤ ਕਰਕੇ ਰੋਟੀ ਕਮਾਉਂਦੇ ਨੇ ਔਰ ਦੂਜਿਆਂ ਦੇ ਲਈ ਵੀ ਮਿਸਾਲ ਨੇ। ਹਰ ਰੋਜ਼ ਜਦੋਂ ਤੁਸੀਂ ਮੋਹਾਲੀ ਦੇ ਫੇਜ਼ 5 ਭੈਣਾਂ ਦੇ ਢਾਬੇ ਵਾਲੀ ਸਾਈਡ ਆਉਂਦੇ ਹੋ ਤੇ ਸਾਹਮਣੇ ਅਨਿਲ ਸ਼ਰਮਾ ਪਾਰਕ ਹੈਗਾ। ਪਾਰਕ ਦੇ ਸਾਹਮਣੇ ਬਹੁਤ ਸਾਰੇ ਸਟਾਲ ਲੱਗੇ ਹੁੰਦੇ ਨੇ, ਸਾਰੇ ਹੀ ਮਿਹਨਤੀ ਨੇ, ਹਰ ਕੋਈ ਮਿਹਨਤ ਕਰਦਾ। ਪਰ ਬਾਬਾ ਜੀ ਦੀ ਖਾਸ ਗੱਲ ਇਹ ਹੈ ਕਿ ਇੰਨੀ ਉਮਰ ਦੇ ਵਿੱਚ ਵੀ ਉਹ ਆਪਣਾ ਕੰਮ ਜਾਰੀ ਰੱਖਣਾ ਚਾਹੁੰਦੇ ਨੇ, ਮਿਹਨਤ ਕਰਦੇ ਨੇ ਔਰ ਤੁਸੀਂ ਅਕਸਰ ਇਹਨਾਂ ਨੂੰ ਇੱਥੇ ਬੈਠੇ ਦੇਖਿਆ ਹੋਏਗਾ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਸਤਿ ਸ਼੍ਰੀ ਅਕਾਲ ਅੰਕਲ, ਜਿਵੇਂ ਕਿ ਤੁਸੀਂ ਦੱਸਿਆ ਤੁਹਾਡਾ ਨਾਮ ਗੁਰਮੀਤ ਸਿੰਘ ਹੈ। ਸੋ ਕਿੰਨਾ ਸਮਾਂ ਹੋ ਗਿਆ ਇੱਥੇ ਤੁਹਾਨੂੰ ਦਹੀਂ ਭੱਲੇ ਲਗਾਉਂਦੇ ਹੋਏ? 2 ਮਹੀਨੇ ਹੋ ਗਏ ਜੀ। 2 ਮਹੀਨੇ ਤੋਂ ਸ਼ੁਰੂ ਕੀਤਾ ਤੇ ਕੀ ਕਾਰਨ ਸੀਗਾ ਵੀ ਤੁਹਾਨੂੰ ਲੱਗਾ ਕਿ ਮੈਨੂੰ ਵੀ ਇਸ ਤਰ੍ਹਾਂ ਨਾਲ ਕੰਮ ਸ਼ੁਰੂ ਕਰਨਾ ਚਾਹੀਦਾ? ਕਿਉਂਕਿ 60 ਤੋਂ ਬਾਅਦ ਮੈਨੂੰ ਐਂ ਲੱਗਦਾ ਹੁੰਦਾ, ਬੰਦਾ ਸੋਚਦਾ ਹੁਣ ਪੋਤੀਆਂ ਵਾਲਾ ਹੋ ਗਿਆ, ਹੁਣ ਤਾਂ ਕੰਮ ਤੋਂ ਰਿਟਾਇਰਮੈਂਟ ਹੈ। ਪਰ ਤੁਸੀਂ ਇਸ ਉਮਰ ਦੇ ਵਿੱਚ ਸੋਚਿਆ ਕਿ ਕੰਮ ਸ਼ੁਰੂ ਕਰਨਾ, ਇਦਾਂ ਕਿਉਂ? ਬਸ ਜੀ ਸ਼ੌਕ ਕਰਕੇ, ਸ਼ੌਕ ਸੀ ਸਾਨੂੰ, ਮੈਂ ਇਹ ਕੰਮ ਕਰਾਂਗਾ ਨਹੀਂ ਪੱਲੇ ਦਾ ਘਰ ਬੈਠ ਕੇ ਕੀ ਕਰਾਂ, ਵੇਲੇ ਮੈਂ ਕੋਈ ਕਾਰੋਬਾਰ ਕਰਾਂਗਾ ਆਪਣਾ। ਹਾਂਜੀ, ਬਸ ਇਹ ਸ਼ੌਕ ਸੀ ਜੀ ਮੇਰਾ। ਅੱਛਾ, ਤੇ ਪਰਿਵਾਰ ਨੇ ਇਸ ਚੀਜ਼ ਨੂੰ ਕਿਵੇਂ ਦੇਖਿਆ? ਕਿਉਂਕਿ ਅਸੀਂ ਜਦੋਂ ਜ਼ਿਆਦਾਤਰ ਇੱਥੋਂ ਨਿਕਲਦੇ ਹਾਂ, ਹਾਲਾਂਕਿ ਤੁਹਾਡੇ ਜਿਹੜੇ ਪੁੱਤਰ ਨੇ ਦੋਨੋਂ ਜਾਂ ਉਹ ਵੀ ਬਹੁਤ ਮਿਹਨਤੀ ਹੈਗੇ ਹੈ। ਤੁਹਾਡੇ ਇੱਕ ਪੁੱਤਰ ਜਿਹੜੇ ਨੇ ਉਹ ਵੀ ਦਹੀਂ ਭੱਲੇ 4 ਫੇਸ ਚਲਾਉਂਦੇ ਆ, ਹੈ ਨਾ। ਦੂਸਰੇ ਜਿਹੜੇ ਨੇ ਕੜੀ ਚੌਲ ਲਾਉਂਦੇ ਆ, ਪਰ ਤੁਸੀਂ ਆਪ ਵੀ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ। ਕੀ ਗੱਲ, ਗੁਜ਼ਾਰਾ ਔਖਾ ਹੋ ਰਿਹਾ ਸੀਗਾ ਜਾਂ ਕੀ ਕਾਰਨ ਸੀਗਾ? ਜਦੋਂ ਤੁਸੀਂ ਪਰਿਵਾਰ ਨੂੰ ਦੱਸਿਆ ਤੇ ਉਹਨਾਂ ਨੇ ਕਿੱਦਾਂ ਦੇਖਿਆ ਇਸ ਚੀਜ਼ ਨੂੰ? ਨਹੀਂ, ਗੁਜ਼ਾਰਾ ਤਾਂ ਠੀਕ ਸੀ। ਇਹਨਾਂ ਨੂੰ ਸ਼ੌਕ ਸੀ ਬੱਚਿਆਂ ਨੂੰ, ਇਹਨਾਂ ਨੇ ਫੋਨ ਵੀ ਦੇਖਿਆ, ਫੋਨ ਬਣਾਏ ਇਹਨਾਂ ਤੇ ਹੀ ਪੱਲੇ। 3 ਮਹੀਨੇ ਬਣਾਉਂਦੇ ਰਹੇ, ਇਹਨਾਂ ਨੇ ਕੰਮ ਕੀਤਾ ਜੀ। ਫਿਰ ਇੱਕ ਕੰਮ ਸ਼ੁਰੂ ਕੀਤਾ ਇਹਨਾਂ ਨੇ। ਅੱਛਾ, ਹਲੇ ਜਿੱਦਾਂ 2 ਮਹੀਨੇ ਹੋਏ, ਅਸੀਂ ਦੇਖਿਆ ਕਈ ਵਾਰ ਤੁਸੀਂ ਉੱਦਾਂ ਵੀ ਇੱਥੇ ਬਹਿਣਾ ਪੈਂਦਾ ਹੈਗਾ, ਤੇ ਉਦੋਂ ਫਿਰ ਆਪਣੇ ਮਨ ਨੂੰ ਕਿੱਦਾਂ ਸਮਝਾਉਂਦੇ ਹੋ, ਕੀ ਕਹਿੰਦੇ ਹੋ? ਨਹੀਂ, ਕੁਛ ਨਹੀਂ ਜੀ, ਮੇਰਾ ਇੱਥੇ ਮਨ ਲੱਗਾ ਰਹਿੰਦਾ ਜੀ। ਗਾਹਕ ਆਉਂਦੇ ਆ, ਖੁਸ਼ ਰਹਿੰਦਾ ਜੀ। ਮੈਂ ਕੋਈ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਕੁਛ ਨਹੀਂ ਹੈ ਜੀ। ਮੈਂ ਬਿਲਕੁਲ ਠੀਕ ਰਹਿੰਦਾ ਜੀ। ਸੋ ਮਤਲਬ ਆਪਣੀ ਮਰਜ਼ੀ ਨਾਲ ਬੈਠੇ ਹੋਏ, ਐ ਨਹੀਂ ਹੈਗਾ ਕਿ ਪੁੱਤਰਾਂ ਨੇ ਕਿਹਾ ਵੀ ਕੰਮ ਕਰੋ ਆ ਉਮਰ 'ਚ? ਤੇ ਨਹੀਂ ਜੀ, ਨਹੀਂ, ਮੈਨੂੰ ਕੋਈ ਜ਼ੋਰ ਨਹੀਂ ਪਾਇਆ ਕਿਸੇ ਨੇ, ਮੈਂ ਆਪਣੇ ਆਪ ਹੀ ਬੈਠਾ ਜੀ। ਇਹਨਾਂ ਕਹਾ ਕੰਮ ਕਰ ਲਓ, ਮੈਂ ਕੰਮ ਕਰ ਲਓ, ਕੋਈ ਗੱਲ ਨਹੀਂ, ਮੈਂ ਬੈਠਾ, ਕੋਈ ਗੱਲ ਨਹੀਂ, ਮੈਂ ਬੈਠਾਂਗਾ, ਹੈ ਨਾ।
ਠੀਕ ਹੈ। ਅੱਛਾ, ਅੱਜ ਕੀ ਹੈ ਤੁਹਾਡੇ ਕੋਲ ਇੱਥੇ, ਕੀ ਹੁੰਦਾ ਹੈ? ਕਿਉਂਕਿ ਬਹੁਤ ਲੋਕ ਇਸ ਤੋਂ ਬਾਅਦ ਤੁਹਾਡੇ ਕੋਲ ਆਣਗੇ, ਤੇ ਦੱਸੋ ਕੀ ਬਣਾ ਕੇ ਲੈ ਕੇ ਆਉਂਦੇ ਹੋ? ਕਿੰਨਾ ਚਿਰ ਲੱਗਦਾ ਹੈ ਘਰ ਤਿਆਰੀ ਕਰਦੇ ਆ? 2-3 ਘੰਟੇ ਲੱਗਦੇ ਨੇ, ਦਹੀਂ ਭੱਲੇ ਬਣਾਉਂਦੇ ਆ 2-3 ਘੰਟੇ ਲੱਗ ਜਾਂਦੇ ਆ ਜੀ। 12 ਵਜੇ ਅਸੀਂ ਆ ਜਾਂਦੇ ਆ ਇੱਥੇ, 12 ਤੋਂ 5 ਵਜੇ ਤੱਕ। ਫਿਰ ਉਸ ਤੋਂ ਬਾਅਦ 4 ਫੇਸ ਵੀ 6 ਵਜੇ ਤੋਂ 9-10 ਵਜੇ ਤੱਕ ਜੀ। ਫਿਰ ਉੱਥੇ ਵੀ ਤੁਸੀਂ ਰੁਕਦੇ ਹੋ, ਹੈ ਨਾ? ਹਾਂਜੀ। ਸੋ ਬਹੁਤ ਹੀ ਵਧੀਆ। ਸੋ ਬਾਬਾ ਜੀ ਦੇ ਪੁੱਤਰ ਮਨਪ੍ਰੀਤ ਸਿੰਘ ਸਾਡੇ ਨਾਲ ਹੈਗੇ ਨੇ। ਉਹ ਖੁਦ ਕੀਰਤਨੀ ਜਥੇ ਦੇ ਨਾਲ ਸੇਵਾ ਨਿਭਾਉਂਦੇ ਹੈਗੇ ਨੇ, ਹਾਰਮੋਨੀਅਮ ਦੀ ਸੇਵਾ ਕਰਦੇ ਨੇ, ਔਰ ਨਾਲ ਉਹਨਾਂ ਨੇ ਇਹ ਸ਼ੁਰੂ ਕੀਤਾ। ਜਿਵੇਂ ਬਾਬਾ ਜੀ ਇੱਥੇ ਬੈਠਦੇ ਹੈਗੇ ਆ ਹਰ ਰੋਜ਼ ਫੇਜ਼ 5 ਦੇ ਸਾਹਮਣੇ, ਔਰ ਆਪਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ 2 ਮਹੀਨੇ ਪਹਿਲਾਂ। ਸੋ ਤੁਸੀਂ ਇੱਦਾਂ ਕਿਉਂ ਸੋਚਿਆ, ਜਾਂ ਤੁਸੀਂ ਇਸ ਪਾਸੇ ਕਿਵੇਂ ਆਏ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ ਹੋ। ਬਸ ਜੀ ਦੇਖੋ, ਸੋਚਿਆ ਤਾਂ ਕੁਛ ਨਹੀਂ ਸੀਗਾ। ਮੈਂ ਇੱਥੇ ਡਿਊਟੀ ਕਰਨਾ ਰਾਗੀ ਸਿੰਘ ਦੀ ਸਾਈਡ ਤੇ। ਬਸ ਜਦੋਂ ਲੋਕਡਾਊਨ ਲੱਗਿਆ ਸੀਗਾ, ਫਿਰ ਮੇਰੇ ਮਿਸਿਸ ਕਹਿਣ ਲੱਗੇ ਕਿ ਆਪਣਾ ਕੰਮ ਕਰੀਏ ਕੋਈ ਆਪਾਂ। ਫਿਰ ਸਾਨੂੰ ਸ਼ੌਂਕ ਸੀਗਾ, ਮੈਂ ਕਿਹਾ ਚੱਲ ਦਹੀਂ ਭੱਲੇ ਬਣਾ ਕੇ ਦੇਖੀਏ। ਫਿਰ ਅਸੀਂ ਸ਼ੁਰੂ ਕੀਤਾ ਆਪਣੇ ਘਰੇ ਬਣਾਉਣਾ। 2-3 ਮਹੀਨੇ ਬਣਾਏ ਘਰੇ। ਫਿਰ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕੀਤਾ ਸੀ, ਕਿਉਂਕਿ ਤੁਹਾਨੂੰ ਪਤਾ ਹੈ ਤਨਖਾਹਾਂ ਤੇ ਹੈ ਨਹੀਂ, ਗੁਰਦੁਆਰਾ ਸਾਹਿਬ ਨਹੀਂ ਆ, ਪਰਿਵਾਰ ਪਾਲਣੇ ਬੜੇ ਔਖੇ ਆ ਜੀ। ਤਾਂ ਕਰਕੇ ਚਲੋ ਆਪਣਾ ਕੰਮ ਸ਼ੁਰੂ ਕੀਤਾ ਜੀ। ਸੋ ਜਿਵੇਂ ਤੁਸੀਂ ਕੀਰਤਨੀਏ ਜਥੇ ਦੇ ਨਾਲ ਹੋ, ਕੀਰਤਨ ਕਰਦੇ ਹੈਗੇ ਹੋ, ਤੇ ਤੁਹਾਨੂੰ ਇਹ ਕੰਮ ਕਰਨਾ, ਕਿਉਂਕਿ ਰੋਡ ਸਾਈਡ ਖੜਨਾ ਪੈਂਦਾ ਹੈਗਾ, ਔਰ ਇੱਕ ਗੁਰਸਿੱਖ ਦੀ ਇੱਕ ਇਮੇਜ ਬਣੀ ਹੋਈ ਹੈ ਕਿ ਉਹ ਬੜੀ ਉਹਦੇ ਸਾਫ਼ ਸੁਥਰੇ ਉਹਦੇ ਕੱਪੜੇ ਹੋਣੇ ਚਾਹੀਦੇ ਆ ਨਾ, ਉਹਨੇ ਕੀਰਤਨ ਕਰਨਾ ਹੈਗਾ। ਇਸ ਤਰ੍ਹਾਂ ਦਾ ਕੰਮ ਜਦੋਂ ਤੁਸੀਂ ਸ਼ੁਰੂ ਕੀਤਾ, ਕਿਉਂਕਿ ਇੱਥੇ ਜ਼ਿਆਦਾ ਦੇਖਿਆ ਜਾਂਦਾ ਜੀ ਇਹ ਤਾਂ ਪ੍ਰਵਾਸੀਆਂ ਦਾ ਕੰਮ ਹੈਗਾ, ਪਰ ਤੁਸੀਂ ਆਪ ਸ਼ੁਰੂ ਕਰ ਲਿਆ, ਤੇ ਕਿੱਦਾਂ ਸੀਗਾ? ਮਨ ਨੂੰ ਕਿਵੇਂ ਸਮਝਾਇਆ, ਜਾਂ ਤੁਹਾਡੇ ਮਨ 'ਚ ਕਿਉਂ ਆਇਆ ਕਿ ਕੀਰਤਨ ਦੇ ਨਾਲ ਇਹ ਕੰਮ ਵੀ ਕਰਨਾ ਚਾਹੀਦਾ? ਦੇਖੋ ਜੀ, ਗੁਰੂ ਸਾਹਿਬ ਦਾ ਵੀ ਹੁਕਮ ਹੈ ਕਿ ਬੰਦਾ ਆਪਣੀ ਕਿਰਤ ਕਰੇ ਨਾ। ਕਿਰਤ ਕਰਕੇ ਬੰਦੇ ਨੂੰ ਖਾਣਾ ਚਾਹੀਦਾ। ਹੁਣ ਦੇਖੋ ਇਹਦੀ ਸੰਗ ਤਾਂ ਕੋਈ ਹੈ ਨਹੀਂ ਜੀ, ਹੈ ਨਾ ਜੀ। ਆਪਣੀ ਆਪਾਂ ਮਿਹਨਤ ਕਰੀਏ ਆਪਾਂ। ਤਾਂ ਕਰਕੇ ਮੈਂ ਸੋਚਿਆ, ਮੈਂ ਕਿਹਾ ਚਲੋ ਆਪਣਾ ਕੰਮ ਵੀ ਕੋਈ ਹੋਣਾ ਚਾਹੀਦਾ, ਹੈ ਨਾ ਜੀ। ਹੁਣ ਇੱਥੇ ਅਸੀਂ ਆ ਜਾਂਦੇ ਹਾਂ, ਫਾਦਰ ਸਾਹਿਬ ਖੜ੍ਹ ਜਾਂਦੇ ਆ 2-3 ਘੰਟੇ। ਫਿਰ ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਜੀ। ਫਿਰ ਸ਼ਾਮੀ ਸਾਡਾ 4 ਫੇਸ ਵੀ ਲੱਗਦਾ ਜੀ, ਦਹੀਂ ਭੱਲਾ। ਇਹ ਗੁਰੂ ਦੀ ਕਿਰਪਾ ਨਾਲ ਚਲੋ ਚਲੀ ਜਾਂਦਾ ਜੀ, ਵਧੀਆ ਗੁਜ਼ਾਰਾ ਹੋ ਜਾਂਦਾ ਜੀ। ਗੁਰਦੁਆਰਾ ਸਾਹਿਬ ਦੇ ਤਨਖਾਹਾਂ ਵੀ ਘੱਟ ਹੈ ਜੀ, ਹੈ ਨਾ ਜੀ। ਬੱਚੇ ਪਾਲਣੇ ਬਹੁਤ ਔਖੇ ਆ, ਤੁਹਾਨੂੰ ਪਤਾ ਮਹਿੰਗਾਈ ਕਿੰਨੀ ਅੱਜ ਕੱਲ੍ਹ। ਫਿਰ ਤਾਂ ਕਰਕੇ ਚਲੋ ਆਪਣਾ ਇੱਕ ਕੰਮ ਸ਼ੁਰੂ ਕੀਤਾ ਜੀ। ਸੋ ਜਿਵੇਂ ਤੁਸੀਂ ਦੱਸਿਆ ਕਿ ਕੀਰਤਨ ਦੇ ਨਾਲ ਤੁਸੀਂ ਇਹ ਕੰਮ ਮਿਹਨਤ ਵਾਲਾ ਵੀ ਜਿਹੜਾ ਆ ਉਹ ਵੀ ਸ਼ੁਰੂ ਕੀਤਾ ਸੀਗਾ। ਸੋ ਕਿੱਦਾਂ ਹੁਣ ਇਸ ਵੇਲੇ ਇਹਦੇ 'ਚ ਗੁਜ਼ਾਰਾ ਚੱਲ ਰਿਹਾ ਹੈਗਾ? ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ? ਕਿਉਂਕਿ ਜਿਵੇਂ ਤੁਹਾਡੇ ਦੱਸਣ ਮੁਤਾਬਕ ਕਿ 2 ਥਾਵਾਂ ਦੇ ਉੱਤੇ ਹੁਣ ਤੁਹਾਡੇ ਸਟਾਲ ਲੱਗਦੇ ਹੈਗੇ ਆ। ਸੋ ਕਿਵੇਂ ਚੱਲ ਰਿਹਾ ਹੈਗਾ? ਕਿੱਦਾਂ ਦਾ ਤਜਰਬਾ ਰਹਿ ਰਿਹਾ? ਬਸ ਚੱਲ ਤਾਂ ਠੀਕ ਹੀ ਰਿਹਾ ਜੀ। ਬਸ ਕਈ ਵਾਰੀ ਟਾਈਮ ਬਹੁਤ ਲੱਗ ਜਾਂਦਾ ਹੈ, ਹਾਂਜੀ। ਕਈ ਵਾਰੀ ਨਿਰਾਸ਼ ਹੋ ਕੇ ਜਾਣਾ ਪੈਂਦਾ। ਕਈ ਵਾਰੀ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਕਈ ਵਾਰੀ ਲੱਗ ਜਾਂਦਾ। ਹੁਣ ਇਹ ਆ ਕਿ ਜਿਹੜੇ ਵੀ ਖਾਣ ਆਉਂਦੇ ਗਾਹਕ ਬਹੁਤ ਪਸੰਦ ਕਰਦੇ ਕਿ ਹਾਂ ਵੀ ਭਾਜੀ ਤੁਹਾਡਾ ਬਹੁਤ ਸਾਫ਼ ਸੁਥਰਾ ਕੰਮ ਹੈ ਤੁਹਾਡਾ। ਨਾਲੇ ਤੁਹਾਨੂੰ ਪਤਾ ਜੀ ਗੁਰਸਿੱਖ ਬੰਦੇ ਨੂੰ ਦੇਖ ਕੇ ਲੋਕੀ ਆਉਂਦੇ ਆ। ਨਾਲੇ ਸਾਡੀ ਇਹ ਗੱਲ ਹੈ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ, ਕਮੇਟੀ ਹੈ, ਉਹ ਸਾਡਾ ਬਹੁਤ ਸਹਿਯੋਗ ਦਿੰਦੀ ਹੈ। ਅੱਛਾ, ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਇੱਥੇ ਕੀਰਤਨ ਦੀ ਸੇਵਾ ਨਿਭਾਉਂਦੇ ਆ ਤੇ ਨਾਲ ਤੁਸੀਂ ਇੱਦਾਂ ਦਾ ਕੋਈ ਕੰਮ ਕਰੋਗੇ ਤੇ ਇਹਨੂੰ ਗੁਰਦੁਆਰਾ ਸਾਹਿਬ ਲਈ ਹਾਨੀ ਮੰਨਿਆ ਜਾਏਗਾ? ਨਹੀਂ ਜੀ, ਦੇਖੋ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ, ਤੇ ਮੈਨੂੰ ਹੁਣ 3 ਸਾਲ ਹੋ ਗਏ ਇੱਥੇ 4 ਫੇਸ ਮਾਰਕੀਟ ਲਾਉਂਦੇ ਦਹੀਂ ਭੱਲਾ। ਇੱਥੇ ਅਸੀਂ ਹੁਣੇ ਸ਼ੁਰੂ ਕੀਤਾ, 2 ਮਹੀਨੇ ਹੋ ਗਏ। ਤੇ ਸਾਡੀ ਸਾਰੀ ਕਮੇਟੀ ਨੂੰ ਪਤਾ ਹੈ, ਸੰਗਤ ਨੂੰ ਵੀ ਪਤਾ ਹੈ ਕਿ ਹਾਂ ਵੀ ਰਾਗੀ ਸਿੰਘ ਦਹੀਂ ਭੱਲਾ ਲਾਉਂਦਾ ਹੈ। ਉਹ ਕਹਿੰਦੇ ਵੀ ਇਹਨਾਂ ਦੀ ਕਮਾਈ ਆਪਣੀ ਮਿਹਨਤ ਹੈ ਇਹਨਾਂ ਦੀ। ਸਗੋਂ ਕਮੇਟੀ ਵਾਲੇ ਸਾਡੇ ਕੋਲ ਆ ਕੇ ਖਾ ਕੇ ਜਾਂਦੇ ਆ ਜੀ। ਕੀ ਬਾਤ। ਹਾਂ, ਉਹ ਕਹਿੰਦੇ ਵੀ ਤੁਹਾਡੀ ਆਪਣੀ ਮਿਹਨਤ ਹੈ, ਤੁਸੀਂ ਆਪਣੀ ਮਿਹਨਤ ਕਰੋ। ਇਸ ਗੱਲੋਂ ਜੀ ਤੁਹਾਨੂੰ ਪਤਾ ਕਿ ਹੋਰ ਕਮੇਟੀਆਂ ਜਿਹੜੀ ਬਹੁਤ ਤੰਗ ਕਰਦੀਆਂ ਨਾ ਜੀ, ਕਿ ਹਾਂ ਤੁਸੀਂ ਇਹ ਸਾਡੀ ਬਦਨਾਮੀ ਕਰਾ ਰਹੇ ਹੋ। ਤੇ ਜਿਹੜੇ ਸਾਡੀ ਕਮੇਟੀ ਉਹ ਕਹਿੰਦੀ ਹੈ ਤੁਸੀਂ ਕੋਈ ਨਹੀਂ, ਬਹੁਤ ਵਧੀਆ ਕੰਮ ਹੈ, ਤੁਸੀਂ ਉਪਰਾਲਾ ਕਰੋ, ਆਪਣਾ ਮਿਹਨਤ ਕਰੋ ਆਪਣੀ। ਤਾਂ ਕਰਕੇ ਸਾਨੂੰ ਹੱਲਾਸ਼ੇਰੀ ਮਿਲੀ ਹੋਈ ਹੈ ਜੀ, ਤਾਂ ਕਰਕੇ ਆਪਣਾ ਕੰਮ ਕਰ ਰਹੇ ਹਾਂ ਜੀ। ਸੋ ਜਿਵੇਂ ਵੀਰ ਜੀ ਤੁਸੀਂ ਆਪ 4 ਫੇਸ ਦੇ ਵਿੱਚ 3 ਸਾਲਾਂ ਤੋਂ ਲਾ ਰਹੇ ਸੀਗੇ, ਫਾਦਰ ਸਾਹਿਬ ਨੂੰ ਤੁਸੀਂ ਇੱਥੇ 2 ਮਹੀਨੇ ਹੋ ਗਏ ਸ਼ੁਰੂ ਕੀਤਾ, ਤੇ ਕਿੱਦਾਂ ਤੁਹਾਡੇ ਲੱਗਾ ਮਨ ਨੂੰ ਕਿ ਜਾਂ ਫਾਦਰ ਸਾਹਿਬ ਨੂੰ ਇਹ ਪਾਸੇ ਲਾਉਣਾ ਚਾਹੀਦਾ? ਕਿਉਂਕਿ ਦੁਨੀਆ ਬੜੇ ਤਰ੍ਹਾਂ ਦੀ ਹੈ ਨਾ, ਮਤਲਬ ਦੁਨੀਆ ਇਹ ਵੀ ਕਹਿ ਸਕਦੀ ਕਿ ਦੇਖੋ ਇੰਨੀ ਉਮਰ ਦੇ ਵਿੱਚ ਪਿਓ ਨੂੰ ਬਿਠਾਇਆ ਹੋਇਆ, ਉਹਦੇ ਤੋਂ ਕਮਾਈ ਖਾ ਰਹੇ ਹੈਗੇ ਆ। ਇਹ ਚੀਜ਼ਾਂ ਨੂੰ ਕਿੱਦਾਂ ਤੁਸੀਂ ਦੇਖਿਆ? ਕਿੱਦਾਂ ਤੁਹਾਨੂੰ ਲੱਗਾ ਵੀ ਨਹੀਂ ਇਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਹੈ? ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਜੀ। ਮੈਨੂੰ ਕਈਆਂ ਨੇ ਕਿਹਾ, ਕਈਆਂ ਨੇ ਤਾਂ ਕੀ ਸਗੋਂ ਆਪਣੇ ਹੀ ਕਹਿੰਦੇ ਰਿਸ਼ਤੇਦਾਰ ਕਿ ਹਾਂ ਤੂੰ ਆਪਣੇ ਪਿਓ ਨੂੰ ਇੱਥੇ ਨੌਕਰ ਬਣਾ ਕੇ ਰੱਖਿਆ ਹੋਇਆ, ਇਸ ਤੋਂ ਕੰਮ ਕਰਾਉਣਾ ਹੈ ਨਾ ਜੀ। ਦੇਖੋ ਕੰਮ ਤਾਂ ਕੀ ਕਰਾਉਣਾ, ਸਗੋਂ ਫਾਦਰ ਸਾਹਿਬ ਆਪਣੇ ਆਪ ਆ ਜਾਂਦੇ ਆ। ਮੈਂ ਉਹਨਾਂ ਨੂੰ ਕਹਿੰਦਾ, ਮੈਂ ਕਿਹਾ ਡੈਡੀ ਤੁਸੀਂ ਘਰ ਬਹਿ ਜਾਓ, ਕੋਈ ਨਹੀਂ ਅਸੀਂ ਖੜ੍ਹ ਜਾਂਦੇ ਹਾਂ। ਕਹਿੰਦੇ ਨਹੀਂ ਯਾਰ, ਮੇਰੇ ਘਰ ਨਹੀਂ ਜੀ ਲੱਗਦਾ, ਮੈਂ ਇੱਥੇ ਖੜ੍ਹ ਜਾਵਾਂਗਾ। ਹੁਣ ਸਗੋਂ ਸਾਡੇ ਆਪਣੇ ਆਪ ਹੀ ਕਹਿੰਦੇ ਆ ਕਿ ਹਾਂ ਤੂੰ ਨੌਕਰ ਬਣਾ ਕੇ ਰੱਖਿਆ ਹੋਇਆ। ਹੁਣ ਮੇਰੀ ਮਦਰ ਹੈ ਨਹੀਂ ਜੀ। ਹੁਣ ਸਾਡਾ ਪਿੰਡ ਜਗਾਦਰੀ। ਹੁਣ ਮੈਨੂੰ ਇੱਥੇ ਮੋਹਾਲੀ 'ਚ 9 ਸਾਲ ਹੋ ਗਏ ਡਿਊਟੀ ਕਰਦੇ ਹੋਏ ਗੁਰਦੁਆਰਾ ਸਾਹਿਬ 'ਚ। ਫਿਰ ਮੈਂ ਡੈਡੀ ਨੂੰ ਕਿਹਾ, ਮੈਂ ਕਿਹਾ ਡੈਡੀ ਆਪਾਂ ਕੰਮ ਸ਼ੁਰੂ ਕਰੀਏ ਕੋਈ। ਕਹਿੰਦੇ ਚਲੋ ਤੂੰ ਬਣਾਉਣਾ ਸਿੱਖ ਲੈ। ਫਿਰ ਅਸੀਂ ਲੋਕਡਾਊਨ 'ਚ ਬਣਾਉਣਾ ਸਿੱਖਿਆ ਜੀ। ਫਿਰ ਫਾਦਰ ਸਾਹਿਬ ਕਹਿਣ ਲੱਗੇ ਕਹਿੰਦੇ ਕੋਈ ਨਹੀਂ ਤੂੰ ਬਣਾਉਣਾ ਸਿੱਖ, ਕਿਉਂਕਿ ਮੇਰੀ ਡਿਊਟੀ ਹੁੰਦੀ ਹੈ ਸਵੇਰ ਸ਼ਾਮ ਕੀਰਤਨ ਦੀ। ਹੁਣ ਸਾਨੂੰ ਸਵੇਰੇ ਮੈਂ ਡਿਊਟੀ ਤੋਂ ਹੁੰਦਾ ਵੇਲਾ 8 ਵਜੇ, ਮੈਂ 9 ਵਜੇ ਭੱਲੇ ਬਣਾਉਣਾ ਜੀ, ਮੈਂ 12 ਵਜੇ ਤੱਕ ਭੱਲੇ ਬਣਾਉਣਾ ਜੀ, ਨਾਲ ਮੇਰੇ ਮਿਸੇਜ ਹੁੰਦੇ ਨਾਲ। ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਇੱਥੇ ਆ ਕੇ ਖੜ੍ਹੇ ਜਾਂਦੇ ਆ 12:30 ਤੋਂ 3 ਵਜੇ ਤੱਕ।
ਫਿਰ ਉਸ ਤੋਂ ਬਾਅਦ ਕਦੇ ਮੇਰੇ ਮਿਸਤਰੀ ਆ ਜਾਂਦੇ, ਕਦੇ ਮੈਂ ਆ ਜਾਂਦਾ ਜੀ ਜਦੋਂ ਟਾਈਮ ਮਿਲਦਾ। ਫਿਰ ਇਹ ਹੈ ਕਿ ਚਲੋ ਮੇਰੇ ਮਿਸਤਰੀ ਦਾ ਬੜਾ ਸਹਿਯੋਗ ਹੈ ਜੀ। ਸਾਰਾ ਕੁਝ ਅਸੀਂ ਪਾਪੜੀ ਸਾਡੀ ਆ ਵੀ ਘਰੇ ਤਿਆਰ ਕਰਦੇ ਹਾਂ, ਭੱਲਾ ਵੀ ਘਰੇ, ਕੋਈ ਮਿਲਾਵਟ ਨਹੀਂ ਇਹਦੇ 'ਚ। ਤੇ ਗੁਰੂ ਸਾਹਿਬ ਦੀ ਕਿਰਪਾ ਚਲੋ ਜੀ ਚੱਲੀ ਜਾਂਦਾ ਜੀ, ਗੁਜ਼ਾਰਾ ਹੋ ਹੀ ਜਾਂਦਾ। ਕੀ ਬਾਤ ਹੈ। ਜਿਵੇਂ ਤੁਸੀਂ ਕਿਹਾ ਕਿ ਉਹ ਆਟੇ ਦੀ ਉਹ ਪਾਪੜੀ ਤੁਸੀਂ ਆਪ ਤਿਆਰ ਕਰਦੇ ਆ ਔਰ ਹਰ ਚੀਜ਼ ਜਿਹੜੀ ਘਰ ਬਣਾਉਂਦੇ ਹੈਗੇ ਆ। ਔਰ ਹੁਣ ਜਿੱਦਾਂ ਤੁਹਾਨੂੰ 3 ਸਾਲ ਹੋ ਗਏ ਆ ਔਰ ਤੁਹਾਡੇ ਫਾਦਰ ਸਾਹਿਬ ਵੀ ਤੁਹਾਡੇ ਨਾਲ ਲੱਗੇ ਆ, ਤੇ ਜਦੋਂ ਮੁਹਾਲੀ ਦੇ ਲੋਕ ਇੱਥੇ ਤੁਹਾਡੇ ਕੋਲ ਆਉਂਦੇ ਤੇ ਉਹ ਕਿੱਦਾਂ ਤੁਹਾਨੂੰ ਦੇਖਦੇ ਆ ਜਾਂ ਕੀ ਕਹਿੰਦੇ ਆ? ਜਿਵੇਂ ਤੁਸੀਂ ਕਮੇਟੀ ਵਾਲੇ ਦਾ ਬੜਾ ਐਪਰੀਸ਼ੀਏਟ ਕਰਦੇ ਆ, ਪਰ ਆਮ ਜਨਤਾ ਦਾ ਇਹਦੇ ਤੇ ਕੀ ਕਹਿਣਾ ਹੈਗਾ? ਦੇਖੋ ਜੀ, ਜਦੋਂ ਉੱਥੇ 4 ਫੇਸ ਸ਼ੁਰੂ ਕੀਤਾ ਸੀ ਕੰਮ, ਹੁਣ ਜਿਹੜੇ ਉੱਥੇ ਗਾਹਕ ਆਉਂਦੇ ਖਾਣ ਉਹਨਾਂ ਨੂੰ ਪਸੰਦ ਬੜਾ ਆਇਆ। ਤੇ ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਭਾਜੀ ਤੁਸੀਂ ਨਾ ਉੱਥੇ ਲਾਇਆ ਕਰੋ 5 ਫੇਸ ਪਾਰਕ ਦੇ ਸਾਹਮਣੇ। ਅੱਛਾ। ਮੈਂ ਕਿਹਾ ਜੀ ਸਾਡੇ ਕੋਲ ਟਾਈਮ ਨਹੀਂ ਨਾ ਹੁੰਦਾ। ਕਹਿੰਦੇ ਕੋਈ ਨਹੀਂ ਭਾਜੀ, ਅੱਗੇ ਤਾਂ ਗਰਮੀ ਆ ਗਈ ਹੁਣ, ਇਹ ਦਹੀਂ ਭੱਲਾ ਬਹੁਤ ਚੱਲੇਗਾ ਤੁਹਾਡਾ। ਮੈਂ ਚਲੋ ਕੋਈ ਗੱਲ ਨਹੀਂ ਜੀ, ਸਾਨੂੰ ਕਈਆਂ ਨੇ ਕਿਹਾ, ਫਿਰ ਅਸੀਂ ਤਾਂ ਸ਼ੁਰੂ ਕੀਤਾ ਇੱਥੇ ਜੀ। ਫਿਰ ਹੁਣ ਲੋਕੀ ਜਿਹੜੇ ਵੀ ਆਉਂਦੇ ਆ ਬੜੇ ਖੁਸ਼ ਹੋ ਕੇ ਜਾਂਦੇ ਕਿ ਹਾਂ ਵੀ ਭਾਜੀ ਤੁਹਾਡਾ ਬਹੁਤ ਸਾਫ਼ ਸੁਥਰਾ ਕੰਮ ਹੈ, ਨਾਲੇ ਮਿਲਾਵਟ ਕੋਈ ਨਹੀਂ ਹੈ। ਸਾਡੇ ਕੋਲ ਲੋਕੀ 2-2 3-3 ਭੱਲੇ ਖਾ ਕੇ ਜਾਂਦੇ ਆ ਜੀ। ਉਹ ਕਹਿੰਦੇ ਜੀ ਸਾਡੇ ਅਸੀਂ ਭੱਲੇ ਖਾਣਾ ਸਾਡਾ ਪੇਟ ਨਹੀਂ ਭਰਦਾ। ਹੁਣ ਜਿਹੜੇ ਅਸੀਂ ਬਾਹਰ ਖਾਂਦੇ ਕਹਿੰਦੇ ਮਿਲਾਵਟ ਹੁੰਦੀ ਇਹਦੇ 'ਚ, ਅਸੀਂ ਤਾਂ ਇਹਦੇ 'ਚ ਕੁਛ ਮਿਲਾਵਟ ਨਹੀਂ ਕਰਦੇ, ਭਾਵੇਂ ਤੁਹਾਨੂੰ ਥੋੜਾ ਬਚ ਜੇ, ਲੇਕਿਨ ਲੋਕਾਂ ਨੂੰ ਇਹ ਬਸ ਉਮੀਦ ਆ ਕਿ ਹਾਂ ਵੀ ਸਾਫ਼ ਸੁਥਰਾ ਖਿਲਾਈਏ, ਬਸ ਭਾਵੇਂ 2 ਪੈਸੇ ਘੱਟ ਕਮਾ ਲਈਏ, ਬਸ ਇਹੀ ਸੋਚ ਆ ਸਾਡੀ ਤਾਂ। ਸੋ ਵੀਰ ਜੀ, ਜਿੱਦਾਂ ਤੁਸੀਂ ਵੀ ਪੰਜਾਬ 'ਚ ਰਹਿੰਦੇ ਆ, ਦੇਖਿਆ ਹੋਏਗਾ ਕਿ ਲੋਕ ਨਾ ਭੁੱਖੇ ਮਰ ਜਾਣਗੇ ਪਰ ਆਪਣੀ ਜਿਹੜੀ ਫੋਕੀ ਹੈਂਕੜ ਆ ਉਹ ਨਹੀਂ ਛੱਡਦੇ। ਜਿਵੇਂ ਕਈ ਲੋਕੀ ਐਵੇਂ ਹੁੰਦੇ ਵੀ ਅਸੀਂ ਬਜ਼ੁਰਗ ਨੂੰ ਕੰਮ ਤੇ ਨਹੀਂ ਭੇਜਾਂਗੇ, ਅਸੀਂ ਬੀਬੀਆਂ ਨੂੰ ਕੰਮ ਤੇ ਨਹੀਂ ਭੇਜਣਾ ਹੈਗਾ, ਤੇ ਉਵੇਂ ਭਾਵੇਂ ਘਰ ਦੇ ਵਿੱਚ ਜਿੰਨੀ ਮਰਜ਼ੀ ਤੰਗੀ ਹੋਏ ਜੇ, ਬਟ ਉਹ ਜਿਹੜੀ ਉਹਨਾਂ ਦੀ ਹੈਂਕੜ ਹੁੰਦੀ ਹੈ ਕਿ ਅਸੀਂ ਛੋਟਾ ਕੰਮ ਨਹੀਂ ਕਰਾਂਗੇ, ਔਰ ਇਹ ਚੱਕਰ 'ਚ ਹੋਰ ਹਾਲਾਤ ਬੁਰੇ ਹੁੰਦੇ ਜਾਂਦੇ, ਪਰ ਉਹ ਆਪਣੀ ਸੋਚ ਨਹੀਂ ਛੱਡਦੇ ਹੈਗੇ। ਤੇ ਕਦੀ ਤੁਹਾਨੂੰ ਵੀ ਇਦਾਂ ਦੀ ਸੋਚ ਦਾ ਸਾਹਮਣਾ ਕਰਨਾ ਪਿਆ ਹੈਗਾ ਲੋਕਾਂ ਦੀ ਦਾ, ਜਾਂ ਤੁਸੀਂ ਉਹ ਲੋਕੀ ਜਿਹੜੇ ਇਦਾਂ ਦੀ ਸੋਚ ਰੱਖਦੇ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕਈਆਂ ਨੇ ਕਿਹਾ ਹੈ ਕਿ ਯਾਰ ਤੂੰ ਰਾਗੀ ਸਿੰਘ ਹੋ ਕੇ ਇਹ ਕੰਮ ਕਰ ਰਿਹਾ। ਮੈਂ ਕਿਹਾ ਯਾਰ ਮੈਂ ਕੋਈ ਗਲਤ ਕੰਮ ਕਰ ਰਿਹਾ? ਮੈਂ ਕਿਹੜਾ ਕੋਈ ਜੂਆ ਵੇਚ ਰਿਹਾ ਜਾਂ ਮੈਂ ਨਸ਼ੇ ਕਰ ਰਿਹਾ ਜਾਂ ਮੈਂ ਕੋਈ ਸਮੈਕ ਵੇਚ ਰਿਹਾ? ਮੈਂ ਕਿਹਾ ਯਾਰ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ, ਠੀਕ ਹੈ ਨਾ। ਤੇ ਗੁਰੂ ਸਾਹਿਬ ਨੇ ਵੀ ਕਿਹਾ ਆਪਣੀ ਮਿਹਨਤ ਕਰੋ, ਹੈ ਨਾ ਜੀ, ਕਿਰਤ ਕਰਨੀ ਚਾਹੀਦੀ ਹਰ ਇੱਕ ਬੰਦੇ ਨੂੰ। ਹੁਣ ਜਿਹੜੇ ਬੰਦੇ ਇੱਥੇ ਰਹਿ ਕੇ ਕੰਮ ਨਹੀਂ ਕਰ ਸਕਦੇ, ਬਾਹਰ ਜਾਂਦੇ ਆ, ਬਾਹਰ ਤੁਹਾਨੂੰ ਪਤਾ ਕੀ ਕਰਦੇ, ਸਾਰਾ ਕੁਝ ਕਰਦੇ, ਹੈ ਨਾ ਜੀ। ਉਹ ਆਪਾਂ ਇੱਥੇ ਆਪਣੇ ਪੰਜਾਬ 'ਚ ਰਹਿ ਕੇ ਕਿਉਂ ਨਹੀਂ ਮਿਹਨਤ ਕਰ ਸਕਦੇ? ਇੱਥੇ ਸਾਰਾ ਕੁਝ ਹੈ, ਜੇ ਆਪਾਂ ਇੱਥੇ ਮਿਹਨਤ ਕਰਾਂਗੇ ਇੱਥੇ ਹੀ ਸਾਰਾ ਕੁਝ ਹੈ, ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ। ਇਹੀ ਸੋਚਿਆ ਚਲੋ ਆਪਾਂ ਇੱਥੇ ਰਹੀਏ। ਹੁਣ ਸਗੋਂ ਮੇਰੀ ਮਿਸਿਸ ਇੱਥੇ ਖੜੇ ਹੁੰਦੇ ਆ, 2-3 ਘੰਟੇ ਉਹ ਬੈਠੇ ਰਹਿੰਦੇ ਆ। ਆਪਾਂ ਕਦੇ ਨਹੀਂ ਸੋਚਿਆ ਕਿ ਹਾਂ ਵੀ ਆਪਣੀ ਮਿਸਿਸ ਨੂੰ ਬਿਠਾਈਏ ਉੱਥੇ। ਮੈਨੂੰ ਕਈ ਕਹਿੰਦੇ ਯਾਰ ਤੇਰੀ ਵੋਟੀ ਤੇ ਬੈਠੀ ਹੁੰਦੀ ਹੈ। ਮੈਂ ਕਿਹਾ ਯਾਰ ਫਿਰ ਕੀ ਹੋ ਗਿਆ? ਮੈਂ ਕਿਹਾ ਮਿਹਨਤ ਕਰ ਰਹੀ। ਮੈਂ ਕਿਹਾ ਫਿਰ ਕੀ ਹੋ ਗਿਆ? ਹੁਣ ਕਈ ਵਾਰੀ ਮੇਰੇ ਕੋਲ ਪ੍ਰੋਗਰਾਮ ਹੁੰਦਾ, ਫਾਦਰ ਸਾਹਿਬ ਨੂੰ ਅਸੀਂ ਘਰ ਭੇਜ ਦਿੰਦੇ ਦੁਪਹਿਰੇ, ਫਿਰ ਮਿਸਿਸ ਜਾ ਕੇ ਖੜੇ ਹੋ ਜਾਂਦੇ ਉੱਥੇ ਬੈਠੇ ਰਹਿੰਦੇ ਆ 2-3 ਘੰਟੇ, ਨਾਲੇ ਘਰ ਵੀ ਸਾਰਾ ਸਮਾਨ ਬਣਾਉਂਦੇ ਨਾਲ। ਤੇ ਬੱਚੇ ਵੀ ਆ, ਤੁਹਾਨੂੰ ਪਤਾ ਛੋਟੇ ਬੱਚੇ ਵੀ ਦੇਖਣੇ, ਆਪਣੇ ਘਰ ਵੀ ਸਾਰਾ ਸਮਾਨ ਘਰ ਦਾ ਵੀ ਕੰਮ ਕਰਨਾ, ਫਿਰ ਮੇਰੇ ਨਾਲ ਹੈਲਪ ਕਰਾਉਂਦੇ ਆ। ਸੋ ਪੂਰਾ ਇੱਕ ਫੈਮਿਲੀ ਬਿਜ਼ਨਸ ਬਣਾ ਲਿਆ। ਹਾਂਜੀ, ਸਾਰਾ ਮੇਰੀ ਸਾਰੀ ਫੈਮਿਲੀ ਤਾਂ ਖੜੀ ਹੈ ਜੀ। ਤੇ ਸਾਰਾ ਜੀ ਵਧੀਆ ਗੁਜ਼ਾਰਾ ਚੱਲ ਰਿਹਾ ਹੈਗਾ। ਹਾਂ ਬਸ ਠੀਕ ਆ, ਗੁਰੂ ਸਾਹਿਬ ਦੀ ਕਿਰਪਾ ਜੀ। ਹਾਂ ਚੱਲੀ ਜਾਂਦੇ, ਬਹੁਤ ਕਿਰਪਾ ਮਹਾਰਾਜ ਦੀ। ਔਰ ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਰੱਬ ਤੁਹਾਡੇ ਇਸ ਕੰਮ ਨੂੰ ਭਾਗ ਲਾਵੇ। ਸੋ ਤੁਸੀਂ ਦੇਖਿਆ ਕਿ ਅੰਕਲ ਜੀ ਇੱਥੇ ਫੇਜ਼ 5 ਹੁੰਦੇ ਆ, ਵੀਰ ਜੀ ਆਪ 4 ਫੇਜ਼ ਦੇ ਵਿੱਚ ਲਗਾਤਾਰ 3 ਸਾਲ ਤੋਂ ਲਗਾ ਰਹੇ ਹੈਗੇ ਆ। ਜਦੋਂ ਅੰਕਲ ਥੱਕ ਜਾਂਦੇ, ਇਹਨਾਂ ਦੇ ਮਿਸਿਜ ਆ ਕੇ ਇੱਥੇ ਬੈਠ ਜਾਂਦੇ ਹੈਗੇ। ਸੋ ਮਿਹਨਤ ਕਰ ਰਹੇ ਹੈਗੇ ਆ, ਇੱਕ ਪਰਿਵਾਰ ਇਕਜੁੱਟਤਾ ਦੇ ਨਾਲ ਮਿਹਨਤ ਕਰ ਰਿਹਾ ਹੈਗਾ। ਤੇ ਆਪਣੇ ਲੋਕਾਂ ਨੂੰ ਕੀ ਤੰਗੀ ਹੈ? ਜੇ ਕੋਈ ਮਿਹਨਤ ਕਰਕੇ ਅੱਗੇ ਵਧਣਾ ਚਾਹੁੰਦਾ ਹੈ ਤੇ ਉਹਦੇ ਵਿੱਚ ਇੱਕ ਦਿੱਕਤ ਕੀ ਹੈਗੀ ਹੈ? ਸੋ ਰਾਗੀ ਸਿੰਘ ਨੇ ਜਿੱਥੇ ਗੁਰੂ ਦਾ ਨਾਮ ਜਪਦੇ ਨੇ, ਜਪਾਉਂਦੇ ਨੇ, ਉੱਥੇ ਨਾਲ ਮਿਹਨਤ ਵੀ ਕਰਦੇ ਨੇ। ਔਰ ਗੁਰੂ ਸਾਹਿਬ ਨੇ ਇਹੀ ਜਿਹੜਾ ਫਰਮਾਨ ਹੈ ਉਹ ਸਿੱਖ ਸੰਗਤ ਨੂੰ ਦਿੱਤਾ ਹੈਗਾ। ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਰੋਡ ਸਾਈਡ ਦੇ ਉੱਤੇ ਕੰਮ ਕਰਦੇ ਨੇ, ਚਾਹੇ ਉਹ ਪ੍ਰਵਾਸੀ ਨੇ ਜੋ ਪੰਜਾਬ ਦੇ ਵਿੱਚ ਆ ਕੇ ਆਪਣਾ ਕੰਮ ਕਰਦੇ ਹੈਗੇ ਨੇ। ਹਰ ਕੋਈ ਸਤਿਕਾਰ ਦਾ ਹੱਕਦਾਰ ਹੈ, ਕਿਉਂਕਿ ਹਰ ਕੋਈ ਉਹ ਸ਼ਖਸ ਜਿਹੜਾ ਮਿਹਨਤ ਕਰ ਰਿਹਾ ਹੈਗਾ, 10 ਨੂੰਹਾਂ ਦੀ ਕਮਾਈ ਦੇ ਨਾਲ, ਇਮਾਨਦਾਰੀ ਦੀ ਰੋਟੀ ਦੇ ਨਾਲ ਆਪਣੇ ਬੱਚੇ ਪਾਲ ਰਿਹਾ ਹੈਗਾ, ਉਹ ਵਾਕਿਆ ਹੀ ਸਤਿਕਾਰ ਦਾ ਹੱਕਦਾਰ ਹੈ। ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਇਹੋ ਜਿਹੇ ਹਿੰਮਤੀ ਤੇ ਮਿਹਨਤੀ ਲੋਕਾਂ ਦੀ ਕਹਾਣੀ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹੀਏ, ਅਸੀਂ ਲਿਆਉਂਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਰੋਜ਼ਾਨਾ ਸਪੋਕਸਮੈਨ TV ਦੇ ਨਾਲ। ਫਿਲਹਾਲ ਮੈਨੂੰ ਅਰਪਣ ਕੌਰ ਨੂੰ ਦਿਓ ਆਗਿਆ। ਧੰਨਵਾਦ।